Hello, student. Good afternoon, all of you. Hello, student. Good afternoon, all of you. Within 5 minutes, all students join the live session, and 2:35 we will start our lessons. पार्ट थर्ड, ये आपके लेसन की थर्ड वीडियो है। एंड जो स्टूडेंट अभी ज्वाइन नहीं कर रहे हैं या फिर लेट हैं, वो फिर बाद में इस पूरी वीडियो को यूट्यूब चैनल पे देख सकते हैं। तो अभी 2 मिनट्स बाकी हैं। जो भी स्टूडेंट नहीं प्रेजेंट हैं वो चैनल को ज्वाइन कर लें, एंड फर्दर वी विल स्टार्ट आवर लेसन्स। Okay, now we will start our lessons. And if you have any query, then you can message me, and in chat box I will read your all messages, and then I will give you answer. तो हम स्टार्ट कर रहे हैं फ्रेंड्स, स्टूडेंट्स। हमारा थर्ड पार्ट है इस चैप्टर का, जो था द स्ट्रगल टू सरवाइव। द स्ट्रगल टू सरवाइव। तो नाउ लेट्स वी बिगिन। The struggle to survive. The population of France rose from about 23 million in 1715 to 28 million in 1789। तो जैसे हमने पिछली स्टोरी पढ़ी थी कि वहाँ पे रेवोल्यूशन होने वाली थी, तो 1789 में क्या होता है कि 1789 आते आते जो पॉपुलेशन है वहाँ की, फ्रांस की जो पॉपुलेशन है वो बहुत बढ़ जाती है। 23 मिलियन तो
ਜਿਹੜੀ ਹੈਗੀ ਆ ਵੱਧ ਕੇ ਹੋ ਜਾਂਦੀ ਆ 28 ਮਿਲੀਅਨ। 1789 ਤੱਕ ਜਿਹੜੀ ਆਬਾਦੀ ਹੈਗੀ ਆ ਫਰਾਂਸ ਦੀ ਉਹ 28 ਮਿਲੀਅਨ ਹੋ ਜਾਂਦੀ ਆ 23 ਮਿਲੀਅਨ ਤੋਂ, ਜਾਣੀ ਕਿ 5 ਮਿਲੀਅਨ ਵੱਧ ਜਾਂਦੀ ਆ ਇੰਨੇ ਸਾਲਾਂ ਦੇ ਵਿੱਚ। ਦਿਸ ਲੈਡ ਟੂ ਅ ਰੈਪਿਡ ਇਨਕਰੀਜ਼ ਇਨ ਦਾ ਡਿਮਾਂਡ ਫਾਰ ਫੂਡ ਗ੍ਰੇਨਸ। ਅਤੇ ਜਿਹੜੀ ਫਿਰ ਆਬਾਦੀ ਵਧੀ ਆ ਉਹਦੇ ਲਈ ਫੂਡ ਗ੍ਰੇਨ ਦੀ ਵੀ ਲੋੜ ਆ, ਤਾਂ ਰੈਪਿਡ ਇਨਕਰੀਜ਼ ਹੋ ਜਾਂਦਾ ਕਾਹਦੇ ਵਿੱਚ, ਡਿਮਾਂਡ ਫੂਡ ਗ੍ਰੇਨਸ ਦੀ, ਖਾਣ ਵਾਲੀਆਂ ਚੀਜ਼ਾਂ ਦੀ, ਖਾਣ ਪੀਣ ਵਾਲੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਉਹਦੇ 'ਚ ਰੈਪਿਡ ਹੁੰਦਾ ਬਹੁਤ ਜ਼ਿਆਦਾ। ਤਾਂ ਵਰਡ ਤੁਸੀਂ ਇਹ ਸਰਕਲ ਸਕੇਅਰ ਬਾਕਸ ਕਰ ਲਓ। ਰੈਪਿਡ ਦਾ ਮੀਨਿੰਗ, ਡਿਮਾਂਡ ਫਾਰ ਫੂਡ ਗ੍ਰੇਨਸ ਦਾ ਮੀਨਿੰਗ, ਪ੍ਰੋਡਕਸ਼ਨ ਆਫ ਗ੍ਰੇਨਸ ਕੁਡ ਨਾਟ ਕੀਪ ਪੇਸ ਵਿਦ ਦਾ ਡਿਮਾਂਡ। ਤਾਂ ਜਿਹੜੀ ਪ੍ਰੋਡਕਸ਼ਨ ਆਫ ਗ੍ਰੇਨਸ ਆ ਉਹ ਉਹਦੇ ਨਾਲ ਮੈਚ ਨਹੀਂ ਬੈਠਦਾ, ਜਿੰਨੀ ਪ੍ਰੋਡਕਸ਼ਨ ਹੁੰਦੀ ਆ ਉਹ ਵਸੋਂ ਦੇ ਹਿਸਾਬ ਨਾਲ ਬਹੁਤ ਘੱਟ ਹੁੰਦੀ ਆ, ਜਿੰਨੀ ਡਿਮਾਂਡ ਸਾਨੂੰ ਉਹਨੂੰ ਚਾਹੀਦੀ ਹੁੰਦੀ ਆ ਫੂਡ ਗ੍ਰੇਨ ਦੀ ਉਦੋਂ ਬਹੁਤ ਘੱਟ ਹੁੰਦੀ ਆ। ਸੋ ਦਾ ਪ੍ਰਾਈਜ਼ ਆਫ ਬ੍ਰੈਡ ਵਿਚ ਵਾਸ ਸਟੈਪਲ ਡਾਈਟ। ਸਟੈਪਲ ਹੁੰਦਾ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ, ਜਿਹੜੀਆਂ ਸਾਡੀਆਂ ਬੇਸਿਕ ਨੀਡਸ ਹੁੰਦੀਆਂ, ਚੀਜ਼ਾਂ ਹੁੰਦੀਆਂ, ਉਹਨਾਂ ਵਾਸਤੇ ਸਟੈਪਲ ਹੁੰਦਾ ਬਹੁਤ ਜ਼ਿਆਦਾ ਜ਼ਰੂਰੀ ਜਿਹੜੀ ਡਾਈਟ ਹੁੰਦੀ ਆ ਆਫ ਦਾ ਮੈਜੋਰਿਟੀ ਰੋਜ਼ ਰੈਪਿਡਲੀ। ਦਾ ਪ੍ਰਾਈਜ਼ ਆਫ ਬ੍ਰੈਡ, ਉਹ ਬ੍ਰੈਡ ਖਾਂਦੇ ਹੁੰਦੇ ਆ ਫਰੈਂਚ ਦੇ ਵਿੱਚ, ਫਰੈਂਚ ਸੁਸਾਇਟੀ ਦੇ ਵਿੱਚ ਜਿਹੜੇ ਹੈਗੇ ਆ ਉਹ ਬ੍ਰੈਡ ਦਾ ਯੂਜ਼ ਕਰਦੇ ਹੁੰਦੇ ਖਾਣ ਪੀਣ ਦੀਆਂ ਵਸਤੂਆਂ ਦੇ ਲਈ। ਉੱਥੇ ਕੀ ਹੁੰਦਾ ਹੈਗਾ, ਇਹਦੀ ਫਿਰ ਜਿਹੜੀ ਡਿਮਾਂਡ ਆ ਉਹ ਵੱਧਦੀ ਆ, ਅਤੇ ਉਹਦੇ ਨਾਲ ਨਾਲ ਕੀ ਹੁੰਦਾ, ਇਹਦੇ ਜਿਹੜੇ ਪ੍ਰਾਈਜ਼ ਆ ਉਹਦਾ ਰੇਟ ਵੀ ਵੱਧ ਜਾਂਦਾ ਬਹੁਤ ਜ਼ਿਆਦਾ। ਮੋਸਟ ਵਰਕਰ ਵਰ ਇੰਪਲਾਈਡ ਐਜ਼ ਏ ਲੇਬਰਰ ਇਨ ਵਰਕਸ਼ਾਪਸ। ਜ਼ਿਆਦਾਤਰ ਜਿਹੜੇ ਇੰਪਲਾਈ ਹੁੰਦੇ ਆ ਉਹ ਕੰਮ ਕਰਦੇ ਹੁੰਦੇ ਆ ਲੇਬਰ ਦੇ ਤੌਰ 'ਤੇ ਵਰਕਸ਼ਾਪ ਦੇ ਵਿੱਚ। ਹੁਜ਼ ਓਨਰ ਫਿਕਸ ਦੀਅਰ ਵੇਜਸ, ਪਰ ਉਹਨਾਂ ਦੇ ਜਿਹੜੇ ਵੇਜਸ ਆ ਉਹ ਫਿਕਸ ਹੁੰਦੇ ਆ, ਵੀ ਉਨੇ ਕੀ ਹੁੰਦੇ ਆ ਵੀ ਉਹ ਬ੍ਰੈਡ ਖਰੀਦਣ ਦੇ ਕਾਬਲ ਨਹੀਂ ਹੁੰਦੇ। ਸੈਲਰੀਆਂ ਵਧਾਈਆਂ ਨਹੀਂ ਜਾਂਦੀਆਂ, ਪਰ ਜਿਹੜੇ ਪ੍ਰਾਈਜ਼ ਆ ਉਹ ਬ੍ਰੈਡ ਦੇ ਵੱਧ ਜਾਂਦੇ ਆ। ਬਟ ਵੇਜਸ ਡਿਡ ਨਾਟ ਕੀਪ ਪੇਸ ਵਿਦ ਦਾ ਰਾਈਜ਼ ਇਨ ਪ੍ਰਾਈਜ਼। ਬਟ ਜਿਹੜੇ ਉਹ ਵੇਜਸ ਆ ਉਹ ਵੀ ਉਹਦੇ ਨਾਲ ਕੀ ਹੈ ਮੈਚਅਪ ਨਹੀਂ ਕਰ ਪਾਉਂਦੇ, ਕਿ ਉਹ ਇੰਨੀ ਕੁ ਸੈਲਰੀ ਨਹੀਂ ਹੁੰਦੀ ਗੀ ਕਿ ਜਿਹੜੇ ਹੈਗੇ ਆ ਉਹ ਬ੍ਰੈਡ ਨੂੰ ਵੀ ਖਰੀਦ ਸਕਣ। ਸੋ ਦਾ ਗੈਪ ਬਿਟਵੀਨ ਦਾ ਪੂਅਰ ਐਂਡ ਦਾ ਰਿਚ ਵਾਈਡਨਡ। ਤਾਂ ਹੁਣ ਹੁੰਦਾ ਕੀ ਆ ਕਿ ਜਿਹੜਾ ਗੈਪ ਆ ਉਹ ਪੂਅਰ ਅਤੇ ਜਿਹੜੇ ਅਮੀਰ ਆਦਮੀ ਹੈਗੇ ਆ, ਅਮੀਰ ਫੈਮਲੀਆਂ ਨਾਲ ਬਿਲੋਂਗ ਕਰਦੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਈਡਨ ਹੁੰਦਾ, ਬਹੁਤ ਜ਼ਿਆਦਾ ਵੱਧ ਜਾਣਾ। ਤਾਂ ਸਾਡੇ ਕੋਲ ਕੀ ਹੁੰਦਾ ਹੈਗਾ, ਥਿੰਗਸ ਬਿਕਮ, ਜਿਹੜੀਆਂ ਚੀਜ਼ਾਂ ਹੁੰਦੀਆਂ, ਵਰਸ ਵੈਨ ਐਵਰ ਡਰੌਟ ਔਰ ਹੇਲ ਰਿਡਿਊਸ ਦਾ ਹਾਰਵੈਸਟ। ਅਤੇ ਇੱਕ ਹੋਰ ਫਿਰ ਫਰਾਂਸ ਦੇ ਵਿੱਚ ਕੀ ਮਾਰ ਪੈ ਜਾਂਦੀ ਹੈਗੀ ਆ, ਜਿਹੜੀਆਂ ਚੀਜ਼ਾਂ ਹੁੰਦੀਆਂ ਦਾ ਥਿੰਗਸ ਬਿਕਮ ਵਰਸ, ਹੋਰ ਵੀ ਭੈੜੇ ਹਾਲਾਤ ਹੋ ਜਾਂਦੇ ਆ ਜਦੋਂ ਡਰੌਟ ਸੋਕਾ ਪੈਂਦਾ ਔਰ ਜਾਂ ਹੇਲ ਗੜੇ ਪੈ ਜਾਂਦੇ ਆ, ਰਿਡਿਊਸ ਦਾ ਹਾਰਵੈਸਟ। ਅਤੇ ਉਹ ਹਾਰਵੈਸਟ ਜਿਹੜੀ ਵਾਢੀ ਹੁੰਦੀ ਆ ਉਹਨੂੰ ਕੀ ਕਰ ਦਿੰਦੇ ਆ, ਘਟਾ ਦਿੰਦੇ ਆ, ਫਸਲ ਦੀ ਜਿਹੜੀ ਉਪਜ ਹੁੰਦੀ ਆ ਉਹ ਘੱਟ ਪੈਦਾ ਹੁੰਦੀ ਆ। ਦਿਸ ਲੈਡ ਟੂ ਏ ਸਬਸਟੈਂਸਿਸ ਕ੍ਰਾਈਸਿਸ, ਸਮਥਿੰਗ ਦੈਟ ਆਕਰਡ ਫਰੀਕੁਐਂਟਲੀ ਇਨ ਫਰਾਂਸ ਡਿਊਰਿੰਗ ਦਾ ਓਲਡ ਰਜਾਈਮ। ਤਾਂ ਜਿਹੜਾ ਹੈਗਾ ਫਰਾਂਸ ਦੇ ਵਿੱਚ ਫਿਰ ਕੀ ਹੁੰਦਾ ਹੈਗਾ, ਜਿਹੜਾ ਹੈਗਾ ਝਗੜਾ ਪੈਦਾ ਹੋ ਜਾਂਦਾ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਹੀ, ਸਿਰਫ ਖਾਣ ਪੀਣ ਵਾਲੀਆਂ ਵਸਤੂਆਂ ਦੇ ਪਿੱਛੇ। ਸਮਟਾਈਮ ਦਾ ਆਕਰਡ ਫਰੀਕੁਐਂਟਲੀ ਇਨ ਫਰਾਂਸ ਡਿਊਰਿੰਗ ਦਾ ਓਲਡ ਰਜਾਈਮ। ਸ਼ਾਇਦ ਇਹ ਓਲਡ ਰਜਾਈਮ ਦੇ ਟਾਈਮ 'ਤੇ ਵੀ ਪਹਿਲਾਂ ਵੀ ਵਾਪਰਿਆ ਹੋ ਸਕਦਾ ਇਹ ਚੀਜ਼, ਕਿਉਂਕਿ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਪ੍ਰਾਈਸ ਪਹਿਲਾਂ ਵੀ ਹੋ ਸਕਦਾ ਕਿਤੇ ਵਧੇ ਹੋਣ। ਤਾਂ ਇੱਥੇ ਸਭ ਮੀਨਿੰਗ ਦਿੱਤਾ ਹੋਇਆ ਨਿਊ ਵਰਡ ਸਬਸਿਸਟੈਂਸ ਕ੍ਰਾਈਸਿਸ ਹੁੰਦੇ ਆ, ਐਨ ਐਕਸਟ੍ਰੀਮ ਸਿਚੁਏਸ਼ਨ ਵੇਅਰ ਦਾ ਬੇਸਿਕ ਮੀਨਸ ਆਫ ਲਿਵਲੀਹੁੱਡ ਆਰ ਇੰਡੇਂਜਰਡ। ਤਾਂ ਇਹ ਉਹ ਕੰਡੀਸ਼ਨ ਹੁੰਦੀ ਆ, ਸਿਚੁਏਸ਼ਨ ਹੁੰਦੀ ਆ ਜਿੱਥੇ ਜਿਹੜੀ ਆਮ ਖਾਣ ਪੀਣ ਵਾਲੀਆਂ ਚੀਜ਼ਾਂ ਹੈਗੀਆਂ ਉਹ ਵੀ ਕੀ ਹੋ ਜਾਂਦੀਆਂ, ਇੰਡੇਂਜਰ 'ਚ ਆ ਜਾਂਦੀਆਂ, ਖਤਰੇ ਵਾਲੀ ਜ਼ੋਨ 'ਚ ਆ ਜਾਂਦੀਆਂ, ਕਿ ਮੁੱਕਣ ਦੇ ਕਗਾਰ 'ਤੇ ਹੁੰਦੀਆਂ, ਖਤਮ ਹੋਣ ਦੇ ਕਗਾਰ 'ਤੇ। ਫਿਰ ਲੋਕਾਂ, ਕਿਉਂਕਿ ਅਸੀਂ ਜਿਹੜੀਆਂ ਬੇਸਿਕ ਚੀਜ਼ਾਂ ਜਿਵੇਂ ਸਾਡੀ ਫੂਡ ਗ੍ਰੇਨ ਆ ਉਹਦੇ ਤੋਂ ਬਿਨਾਂ ਜਿਉਂਦੇ ਰਹਿ ਹੀ ਨਹੀਂ ਸਕਦੇ, ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਇੰਡੇਂਜਰ ਜ਼ੋਨ ਦੇ ਵਿੱਚ ਰੱਖਾਂਗੇ। ਵੀ ਜਿਵੇਂ ਫਰਾਂਸ ਦੇ ਵਿੱਚ ਲਿਵਲੀਹੁੱਡ ਆਰ ਇੰਡੇਂਜਰ, ਜਿਹੜੀਆਂ ਮੇਨ ਚੀਜ਼ਾਂ ਹੈਗੀਆਂ ਖਾਣ ਵਾਲੀਆਂ, ਬ੍ਰੈਡ ਹੋ ਗਿਆ, ਕਣਕ ਹੋ ਗਈ, ਇਹ ਸਾਰੀਆਂ ਖਤਰੇ ਦੇ ਵਿੱਚ ਜਾਣੀ ਦੀ ਮੁੱਕਣ ਦੀ ਕਗਾਰ 'ਤੇ ਆ ਜਾਂਦੀਆਂ। ਤਾਂ ਨੈਕਸਟ ਸਾਡੇ ਕੋਲ ਹੈਗਾ ਹਾਊ ਟੂ ਸਬਸਿਸਟੈਂਸ ਕ੍ਰਾਈਸਿਸ ਹੈਪਨ। ਤਾਂ ਤੁਹਾਡੇ ਕੋਲ ਇੱਕ ਪਿਕਚਰ ਦਿੱਤੀ ਹੋਈ ਆ, ਜਿਨ੍ਹਾਂ ਕੋਲ ਸਟੂਡੈਂਟ ਕੋਲ ਬੁੱਕਸ ਹੈਗੀ ਆ ਉਹ ਬੁੱਕਸ ਉੱਪਰ ਇਹ ਪਿਕਚਰ ਹੋਊਗੀ। ਅਦਰਵਾਈਜ਼ ਤੁਸੀਂ ਇਹ ਜਿਹੜੇ ਫਿਲਅਪ ਸਟੂਡੈਂਟ ਨੇ ਖੁਦ ਕਰਨੇ ਆ ਕਿ ਕਿੱਦਾਂ ਕਿੱਦਾਂ ਚੇਨ ਹੋਈ, ਬੈਡ ਹਾਰਵੈਸਟ ਹੋਈ। ਚੈਪਟਰ ਨੂੰ ਤੁਸੀਂ ਪੜ੍ਹੋਗੇ ਤੁਹਾਨੂੰ ਇਹਦੇ ਵਿੱਚ ਉਹਦੀਆਂ ਆਪਸ਼ਨਸ ਮਿਲ ਜਾਣਗੀਆਂ। ਅਸੀਂ ਨੈਕਸਟ ਪੜ੍ਹਦੇ ਹਾਂ। ਸਾਡੇ ਕੋਲ ਸਾਡਾ ਨੈਕਸਟ ਸਬ ਜਿਹੜਾ ਹੈਗਾ ਹੈਡਿੰਗ ਹੈਗਾ 1.3 ਅ ਗਰੋਇੰਗ ਮਿਡਲ ਕਲਾਸ ਇਨਵਿਸੇਜਸ ਐਂਡ ਐਂਡ ਆਫ ਪ੍ਰਿਵਿਲੇਜਸ।
ਇਨਵਿਸਿਸ ਹੁੰਦਾ ਪੈਦਾ ਹੋਣਾ, ਇੱਕ ਗਰੋਇੰਗ ਮਿਡਲ ਕਲਾਸ ਦਾ ਉਥਾਨ, ਇੱਕ ਨਵੀਂ ਕਲਾਸ ਬਣਦੀ ਹੈ ਇਹਨਾਂ ਵਿੱਚੋਂ। ਐਂਡ ਉਹ ਕੀ ਕਰ ਦਿੰਦੀ ਹੈ, ਐਂਡ ਕਰ ਦਿੰਦੀ ਹੈ ਪ੍ਰਿਵਿਲੇਜ ਦਾ, ਜਿਹੜੀ ਖਾਸ ਅਧਿਕਾਰ ਹੁੰਦੇ ਆ ਉਹਨਾਂ ਦਾ ਖਾਤਮਾ ਕਰ ਦਿੰਦੀ ਆ। ਆਪਾਂ ਪੜ੍ਹਦੇ ਹਾਂ ਇਨ ਦਾ ਪਾਸਟ, ਪੁਰਾਣੇ ਸਮੇਂ ਦੀ ਗੱਲ ਹੈ, ਪੀਜੈਂਟ ਐਂਡ ਵਰਕਰ ਹੈਡ ਪਾਰਟੀਸਪੇਟਡ ਇਨ ਰਿਵੋਲਟ ਅਗੇਂਸਟ ਇਨਕਰੀਜ਼ ਟੈਕਸਸ ਐਂਡ ਫੂਡ ਸਕਾਰਸਿਟੀ। ਤਾਂ ਹੁਣ ਇਦੋਂ ਪਹਿਲਾਂ ਇਸੇ ਚੈਪਟਰ ਦੇ ਪਾਸਟ ਦੀ ਗੱਲ ਕਰਦੇ ਹਾਂ ਕਿ ਇਦੋਂ ਪਹਿਲਾਂ ਵਰਕਰ ਨੇ ਅਤੇ ਕਿਸਾਨਾਂ ਨੇ ਪਾਰਟੀਸਪੇਟ ਕੀਤਾ ਸੀਗਾ ਰਿਵੋਲਟ ਦੇ ਵਿੱਚ। ਕਾਹਦੇ ਵਿਰੁੱਧ? ਇਨਕਰੀਜ਼ ਟੈਕਸਸ ਐਂਡ ਫੂਡ ਸਕਾਰਸਿਟੀ। ਉਹਨਾਂ ਨੇ ਗੁੱਸੇ ਦੇ ਵਿੱਚ ਜਿਹੜਾ ਹੈਗਾ ਵਿਰੋਧ ਕੀਤਾ ਸੀ ਗੌਰਮੈਂਟ ਦਾ, ਔਰ ਰਿਵੋਲਟ ਦੇ ਵਿੱਚ ਸ਼ਾਮਿਲ ਹੋਏ ਸੀਗੇ ਕਿ ਟੈਕਸ ਵਧਾ ਦਿੱਤੇ ਗਏ ਆ ਅਤੇ ਫੂਡ ਸਕਾਰਸਿਟੀ ਹੋ ਗਈ ਆ। ਸਕਾਰਸਿਟੀ ਦਾ ਮੀਨਿੰਗ ਤੁਸੀਂ ਫਾਈਂਡ ਕਰਨਾ ਹੈਗਾ। ਇਨ ਦਾ ਪਾਸਟ ਪੀਜੈਂਟ ਐਂਡ ਵਰਕਰ ਪਾਰਟੀਸਪੇਟਡ ਇਨ ਰਿਵੋਲਟ। ਰਿਵੋਲਟ ਵਿਦਰੋਹ ਹੁੰਦਾ, ਵਿਰੋਧ ਕਰਨਾ ਕਿਸੇ ਦਾ, ਵਿਦਰੋਹ ਜਾਂ ਵਿਰੋਧ। ਇਨਕਰੀਜ਼ ਟੈਕਸਸ ਐਂਡ ਫੂਡ ਸਕਾਰਸਿਟੀ। But they lacked the means and programs to carry out full-scale measures. They would bring about a change in the social and economic order. This was left to those groups within the third state who had become prosperous and he had access to education and new class. ਪਰ ਉਹਨਾਂ ਕੋਲ ਕੀ ਸੀਗਾ? ਬਟ ਦੇ ਲੈਕਡ ਦਾ ਮੀਨਸ ਐਂਡ ਪ੍ਰੋਗਰਾਮਸ ਟੂ ਕੈਰੀ ਆਊਟ ਫੁੱਲ ਸਕੇਲ ਮੇਅਰਸ। ਪਰ ਉਹਨਾਂ ਕੋਲ ਘਾਟ ਸੀ ਇਸ ਚੀਜ਼ ਦੀ, ਸਾਧਨਾਂ ਦੀ। ਲੈਕ ਦਾ ਮੀਨਸ ਐਂਡ ਪ੍ਰੋਗਰਾਮਸ, ਉਹਨਾਂ ਕੋਲ ਕੋਈ ਪ੍ਰੋਗਰਾਮ ਨਹੀਂ ਸੀਗਾ ਕਿ ਉਹ ਫੁੱਲ ਸਕੇਲ ਮੇਅਰਸ ਅਪਣਾ ਸਕਣ। ਦੇ ਵੁੱਡ ਬਰਿੰਗ ਅਬਾਊਟ ਚੇਂਜ ਇਨ ਦਾ ਸੋਸ਼ਲ ਐਂਡ ਇਕਨੋਮਿਕ ਆਰਡਰ। ਉਹਨਾਂ ਕੋਲ ਇਸ ਚੀਜ਼ ਨਾ ਤਾਂ ਸਾਧਨ ਸੀਗੇ ਅਤੇ ਨਾ ਹੀ ਉਹਨਾਂ ਕੋਲ ਕੋਈ ਪਲਾਨ ਸੀਗਾ ਵੀ ਕਿੱਦਾਂ ਜਿਹੜੀ ਹੈਗੀ ਸਮਾਜ ਦੇ ਵਿੱਚ ਅਸੀਂ ਸੋਸ਼ਲ ਚੇਂਜ ਲੈ ਕੇ ਆਈਏ ਅਤੇ ਇਕਨੋਮਿਕ ਚੇਂਜ ਲੈ ਕੇ ਆਈਏ ਕਿ ਸਾਰੇ ਲੋਕਾਂ ਕੋਲ ਜਿਹੜਾ ਹੈਗਾ ਪੈਸਾ ਹੋਵੇ, ਜਿਹੜੀਆਂ ਬੇਸਿਕ ਨੈਸੈਸਿਟੀ ਹੈਗੀਆਂ ਅਮੈਨਿਟੀਜ਼ ਆ ਖਰੀਦਣ ਵਾਸਤੇ, ਕਣਕ ਖਰੀਦਣ ਵਾਸਤੇ, ਫੂਡ ਖਰੀਦਣ ਵਾਸਤੇ, ਅਤੇ ਅਸੀਂ ਸਮਾਜਿਕ ਢਾਂਚਾ ਕਿਵੇਂ ਚੇਂਜ ਕਰੀਏ। ਉਹਨਾਂ ਕੋਲ ਕੋਈ ਪਲਾਨ ਨਹੀਂ ਸੀ। ਦਿਸ ਵਾਜ਼ ਲੈਫਟ ਟੂ ਦ ਦੋਜ਼ ਗਰੁੱਪ ਵਿਦ ਇਨ ਦ ਥਰਡ ਸਟੇਟ ਹੂ ਹੈਡ ਬਿਕਮ ਪ੍ਰੋਸਪਰਸ। ਇਹ ਸਿਰਫ ਉਹਨਾਂ ਲੋਕਾਂ ਕੋਲ ਰਹਿ ਗਈ ਸੀ ਚੀਜ਼ ਜਿਹੜੇ ਬਹੁਤ ਜ਼ਿਆਦਾ ਪ੍ਰੋਸਪਰਸ ਖਾਸ ਬਣ ਗਏ ਸੀ ਸਮਾਜ ਦੇ ਵਿੱਚ। ਥਰਡ ਸਟੇਟ ਦੇ ਵਿੱਚ ਵੀ ਹੈਡ ਅਸੈਸ ਟੂ ਐਜੂਕੇਸ਼ਨ, ਜਿਨ੍ਹਾਂ ਕੋਲ ਐਜੂਕੇਸ਼ਨ ਦਾ ਅਧਿਕਾਰ ਸੀ ਐਂਡ ਨਿਊ ਆਈਡੀਆ ਸੀਗੇ ਉਹਨਾਂ ਲੋਕਾਂ ਕੋਲ। ਹੁਣ ਉਹਨਾਂ ਲੋਕਾਂ ਦੇ ਜਿਹੜੀ ਹੈਗੀ ਆ ਸਿੱਧ ਹੁੰਦਾ ਕਿ ਉਹਨਾਂ ਵੱਲ ਨੂੰ ਜਿਹੜਾ ਹੈਗਾ ਸਿਸਟਮ ਸਾਰਾ ਚਲਾ ਜਾਂਦਾ। ਹੁਣ ਉਹ ਲੋਕ ਉਹਨਾਂ ਵੱਲ ਵੇਖਣ ਲੱਗ ਜਾਂਦੇ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਆ, ਕਿਉਂਕਿ ਉਹ ਪ੍ਰੋਸਪਰ ਬਣ ਜਾਂਦੇ ਆ ਪੜ੍ਹੇ ਲਿਖੇ ਹੋਣ ਕਰਕੇ, ਖਾਸ ਬਣ ਜਾਂਦੇ ਆ। ਤੁਸੀਂ ਪ੍ਰੋਸਪਰ ਦਾ ਮੀਨਿੰਗ ਵੀ ਫਾਈਂਡ ਕਰਨਾ ਹੈਗਾ, ਪ੍ਰੋਸਪਰ ਵਰਡ। 18th ਸੈਂਚੁਰੀ 'ਚ ਕੀ ਹੁੰਦਾ? ਇਸ 18th ਸੈਂਚੁਰੀ ਵਿਟਨੈਸਡ ਦਾ ਇਮਰਜੈਂਸ ਆਫ ਸੋਸ਼ਲ ਗਰੁੱਪ। ਜਿਹੜੀ 18th ਸੈਂਚੁਰੀ ਆ ਉਹ ਇਸ ਗੱਲ ਦੀ ਗਵਾਹੀ ਭਰਦੀ ਆ, ਵਿਟਨੈਸ ਹੁੰਦਾ ਵੀ ਕਿਸੇ ਚੀਜ਼ ਦੇ ਲਈ ਗਵਾਹੀ ਦੇਣਾ। ਦ ਇਮਰਜੈਂਸ ਆਫ ਸੋਸ਼ਲ ਗਰੁੱਪ, ਇਮਰਜੈਂਸ ਹੁੰਦਾ ਪੈਦਾ ਹੋਣਾ, ਇਮਰਜੈਂਸ ਵਰਡ ਵੀ ਫਾਈਂਡ ਕਰਨਾ ਅਤੇ ਵਿਟਨੈਸ ਵੀ। ਆਫ ਸੋਸ਼ਲ ਗਰੁੱਪ ਟਰਮਡ ਦਾ ਮਿਡਲ ਕਲਾਸ, ਜਿਹਨੂੰ ਅਸੀਂ ਮਿਡਲ ਕਲਾਸ ਕਹਿੰਦੇ ਹਾਂ। ਮਿਡਲ ਕਲਾਸ ਦਾ ਜਿਹੜੀ ਹੈਗੀ ਇੱਕ ਪੈਦਾ ਹੁੰਦੀ ਆ। who earned their wealth through an expanding overseas trade। ਅਤੇ ਉਹ ਆਪਦੀ ਪੈਸੇ ਨੂੰ ਪੈਸੇ ਵਿੱਚ ਕਿਵੇਂ ਵਾਧਾ ਕਰਦੇ ਆ? ਉਹ ਐਕਸਪੈਂਡ ਕਰਦੇ ਆ ਆਪਣਾ ਓਵਰਸੀਜ਼ ਹੁੰਦਾ ਦੇਸ਼ ਤੋਂ ਬਾਹਰ, ਟਰੇਡ ਐਂਡ ਫਰੋਮ ਦਾ ਮੈਨੂਫੈਕਚਰ ਆਫ ਗੁੱਡ ਸੱਚ ਐਜ਼ ਏ ਵੂਲਨ ਐਂਡ ਸਿਲਕ ਟੈਕਸਟਾਈਲ that were either exported or bought by the richer member of the society। ਤਾਂ ਕਹਿੰਦੇ ਫਿਰ ਜਿਹੜੇ ਪੜ੍ਹੇ ਲਿਖੇ ਵਰਗ ਹੁੰਦਾ ਇਹ ਚੀਜ਼ਾਂ ਨੂੰ ਇੰਪੋਰਟ ਐਕਸਪੋਰਟ ਕਰਨ ਲੱਗ ਜਾਂਦਾ, ਕੰਟਰੀ ਤੋਂ ਬਾਹਰ ਵੀ ਅਤੇ ਕੰਟਰੀ ਦੇ ਅੰਦਰ ਵੀ। ਜਿਹੜੀਆਂ ਚੀਜ਼ਾਂ ਹੁੰਦੀਆਂ ਜਿਵੇਂ ਵੂਲਨ ਹੋ ਗਈ, ਸਿਲਕ ਟੈਕਸਟਾਈਲ ਹੋ ਗਈ, ਅਤੇ ਇਹਨੂੰ ਖਰੀਦਦਾ ਕੌਣ ਹੈਗਾ? ਅਮੀਰ ਲੋਕ। ਤਾਂ ਇਹਨੂੰ ਅਮੀਰ ਲੋਕ ਖਰੀਦਦੇ ਆ। ਇਨ ਐਡੀਸ਼ਨ, ਇਸ ਤੋਂ ਇਲਾਵਾ ਟੂ ਮਰਚੈਂਟਸ ਐਂਡ ਮੈਨੂਫੈਕਚਰ ਦਾ ਥਰਡ ਸਟੇਟ ਇਨਕਲੂਡ ਪ੍ਰੋਫੈਸ਼ਨ ਸੱਚ ਐਜ਼ ਏ ਲਾਇਰ ਐਂਡ ਐਡਮਿਨਿਸਟ੍ਰੇਟਿਵ ਆਫੀਸ਼ੀਅਲਸ। ਹੁਣ ਥਰਡ ਸਟੇਟ ਦੇ ਵਿੱਚ ਇਸ ਤੋਂ ਇਲਾਵਾ ਕੌਣ ਕੌਣ ਹੁੰਦੇ ਆ? ਮਰਚੈਂਟਸ ਤਾਂ ਹੁੰਦੇ ਹੀ ਹੁੰਦੇ ਆ, ਮੈਨੂਫੈਕਚਰਰ ਵੀ ਹੁੰਦੇ ਜਿਹੜੇ ਕੋਈ ਚੀਜ਼ ਨੂੰ ਪੈਦਾ ਕਰ ਰਹੇ ਆ।
ਉਹਦੇ ਵਿੱਚ ਹੋਰ ਵੀ ਕੌਣ ਹੁੰਦਾ, ਪ੍ਰੋਫੈਸ਼ਨਲ ਸੱਚ ਐਜ਼ ਅ ਲਾਇਰ ਵੀ ਹਿੱਸਾ ਲੈਂਦੇ ਆ, ਐਡਮਿਨਿਸਟ੍ਰੇਸ਼ਨ ਆਫੀਸ਼ੀਅਲ ਵੀ, ਜਿਹੜੇ ਕਿਸੇ ਅਹੁਦੇ 'ਤੇ ਕੰਮ ਕਰ ਰਹੇ ਹੁੰਦੇ ਆ ਉਹ ਵੀ ਇਹਦੇ ਵਿੱਚ ਹੀ ਇਨਕਲੂਡ ਹੁੰਦੇ ਥਰਡ ਸਟੇਟ ਦੇ। ਆਲ ਆਫ ਦੀਜ਼ ਵਰ ਐਜੂਕੇਟਡ, ਪੜ੍ਹੇ ਲਿਖੇ ਹੁੰਦੇ ਆ, ਐਂਡ ਬਲੀਵ ਦੈਟ ਨੋ ਗਰੁੱਪ ਇਨ ਸੋਸਾਇਟੀ, ਕੋਈ ਵੀ ਗਰੁੱਪ ਸੋਸਾਇਟੀ ਦੇ ਵਿੱਚ ਸ਼ੁੱਡ ਬੀ ਪ੍ਰਿਵਿਲੇਜਡ ਬਾਏ ਬਰਥ, ਅਤੇ ਉਹ ਕਹਿੰਦੇ ਬਾਏ ਬਰਥ, ਜਨਮ ਦੇ ਅਧਿਕਾਰ 'ਤੇ ਕੋਈ ਵੀ ਬੰਦਾ ਪ੍ਰਿਵਿਲੇਜ ਨਹੀਂ ਹੋਊਗਾ, ਉਹਨੂੰ ਖਾਸ ਅਧਿਕਾਰ ਦਿੱਤੇ ਜਾਣਗੇ ਕਿ ਕੋਈ ਰਾਜੇ ਦਾ, ਜੇ ਕੋਈ ਵੱਡੇ ਅਫੀਸ਼ੀਅਲ ਆਫਿਸਰ ਦਾ ਮੁੰਡਾ ਹੈ ਉਹਨੂੰ ਖਾਸ ਅਧਿਕਾਰ ਦਿਓ, ਉਹ ਕਹਿੰਦੇ ਇਹ ਨਹੀਂ ਹੋਊਗਾ। ਜਿਹੜੇ ਪ੍ਰਿਵਿਲੇਜ ਹੋਣਗੇ ਉਹ ਐਜੂਕੇਸ਼ਨ ਦੇ ਹਿਸਾਬ ਨਾਲ ਹੋਣਗੇ, ਉਹ ਇਹ ਮੰਨਦੇ ਹੁੰਦੇ ਕਿ ਜੇ ਕਿਸੇ ਬੰਦੇ 'ਚ ਯੋਗਤਾ ਹੈਗੀ ਆ ਤਾਂ ਉਹਨੂੰ ਖਾਸ ਅਧਿਕਾਰ ਦਿੱਤੇ ਜਾਣੇ ਚਾਹੀਦੇ ਆ। ਪ੍ਰਿਵਿਲੇਜਸ ਹੁੰਦਾ ਖਾਸ ਅਧਿਕਾਰ। ਇੱਥੇ ਵਰਬ ਦੇ ਤੌਰ 'ਤੇ ਯੂਜ਼ ਕੀਤਾ ਸ਼ੁੱਡ ਬੀ ਪ੍ਰਿਵਿਲੇਜਡ ਬਾਏ ਬਰਥ, ਰੈਦਰ ਆ ਪਰਸਨ ਸੋਸ਼ਲ ਪੋਜੀਸ਼ਨ ਮਸਟ ਬੀ ਡਿਪੈਂਡ ਔਨ ਹਿਸ ਮੈਰਿਟ, ਅਤੇ ਉਹ ਕਹਿੰਦੇ ਜੇ ਸਮਾਜ ਵਿੱਚ ਕੋਈ ਉਹਦਾ ਵਿਸ਼ੇਸ਼ ਸਥਾਨ ਹੈਗਾ ਤਾਂ ਉਹ ਉਹਦੇ ਜਿਹੜੀ ਹੈਗੀ ਆ ਉਹਦੀ ਗੁਣਾ ਕਰਕੇ ਹੋਣਾ ਚਾਹੀਦਾ, ਉਹਦੇ ਮੈਰਿਟਸ ਕਰਕੇ ਹੋਣਾ ਚਾਹੀਦਾ, ਵੀ ਉਹਦੇ 'ਚ ਕੀ ਖਾਸ ਜਿਹੜਾ ਹੈਗਾ ਕਲਾ ਹੈਗੀ ਹੈ ਜਾਂ ਗੁਣ ਹੈਗਾ। ਦੀਜ਼ ਆਈਡੀਆਜ਼ envisaging a society based on freedom and equal laws, these ideas envisaging a society based on freedom, ਅਤੇ ਇਹ ਜਿਹੜੀ ਹੈਗੀ ਆ ਆਈਡੀਆ ਹੈਗੇ ਆ ਇੱਕ ਇਹੋ ਜਿਹੀ ਸੁਸਾਇਟੀ ਬਣਾਉਣਾ ਚਾਹੁੰਦੇ ਹੁੰਦੇ ਆ ਜਿਸ 'ਚ ਫਰੀਡਮ ਹੋਊਗੀ ਅਤੇ ਇਕੁਅਲ ਲਾਜ਼ ਹੋਣਗੇ ਐਂਡ ਓਪਰਚੁਨਿਟੀ ਫॉर ਆਲ, ਅਤੇ ਸਾਰਿਆਂ ਲਈ ਬਰਾਬਰ ਦੀ ਓਪਰਚੁਨਿਟੀ ਹੋਊਗੀ। ਵਰ ਪੁੱਟ ਫਾਰਵਰਡ ਬਾਏ ਫਿਲਾਸਫਰ ਸੱਚ ਐਜ਼ ਏ ਜੌਨ ਲੌਕੀ ਐਂਡ ਜੀਨ ਜੈਕਬਸ ਰੂਸੋ, ਤਾਂ ਰੂਸੋ ਇਸ ਗੱਲ ਦਾ ਸਪੋਰਟ ਕਰਦੇ ਹੁੰਦੇ ਆ, ਜਿਹੜੇ ਵਿਚਾਰ ਇਹਨਾਂ ਫਿਲਾਸਫਰ ਨੇ ਦਿੱਤੇ ਸੀ ਉਹਦੇ ਆਧਾਰ 'ਤੇ ਇੱਕ ਸੁਸਾਇਟੀ ਬਣਾਉਣਾ ਚਾਹੁੰਦੇ ਹੁੰਦੇ, ਸਮਾਜ ਜਿਹੜਾ ਬਣਾਉਣਾ ਚਾਹੁੰਦੇ ਹੁੰਦੇ ਜਿਹਦੇ ਵਿੱਚ ਸਾਰਿਆਂ ਨੂੰ ਫਰੀਡਮ ਹੋਊਗੀ, ਸਾਰਿਆਂ ਨੂੰ ਆਜ਼ਾਦੀ ਹੋਊਗੀ ਐਂਡ ਇਕੁਅਲ ਲਾਜ਼ ਹੋਣਗੇ ਸਾਰਿਆਂ ਲਈ। ਜੀਨ ਜੈਕੋ ਰੂਸੋ ਇਨ ਹਿਜ਼, ਉਹਦੀ ਬੁੱਕ ਆ ਇਨ ਹਿਜ਼ 2 ਟ੍ਰੀਟੀਜ਼ ਆਫ ਗਵਰਨਮੈਂਟ, ਅਤੇ ਤੁਹਾਨੂੰ ਕੁਐਸਚਨ ਕਈ ਵਾਰੀ ਪੁੱਛ ਲਿਆ ਜਾਂਦਾ ਕਿ ਜਿਹੜੀਆਂ ਰੂਸੋ ਦੀਆਂ ਜਾਂ ਜੌਨ ਲੌਕੀ ਦੀ ਕਿਹੜੀ ਬੁੱਕ ਹੈ ਉਹਦੇ ਬਾਰੇ ਲਿਖੋ। 2 ਟ੍ਰੀਟੀਜ਼ ਆਫ ਗਵਰਨਮੈਂਟ, ਲੌਕੀ ਸੌਟ ਟੂ ਰਿਫਿਊਟ ਦ ਡਾਕਟਰਾਈਨ ਆਫ ਦ ਡਿਵਾਈਨ ਐਂਡ ਐਬਸੋਲਿਊਟ ਰਾਈਟ, ਤਾਂ ਆਪਣੀ ਬੁੱਕ ਦੇ ਵਿੱਚ ਲੌਕੀ ਕੀ ਕਹਿੰਦਾ ਹੈਗਾ, ਉਹ ਰਿਫਿਊਟ ਮੀਨਸ ਰਿਫਿਊਜ਼ ਕਰਦਾ, ਸੇਮ ਵਰਡ ਆ। ਡਾਕਟਰਾਈਨ ਸਿਧਾਂਤ ਆਫ, ਡਾਕਟਰਾਈਨ ਹੁੰਦਾ ਸਿਧਾਂਤ, ਆਫ ਦਾ ਡਿਵਾਈਨ ਐਂਡ ਐਬਸੋਲਿਊਟ ਰਾਈਟ, ਡਿਵਾਈਨ ਹੁੰਦਾ ਦੈਵੀ ਸ਼ਕਤੀਆਂ ਜਿਵੇਂ ਆਪਾਂ ਕਹਿ ਦਿੰਦੇ ਹਾਂ, ਐਬਸੋਲਿਊਟ ਰਾਈਟ ਆਫ ਦਾ ਮਨਾਰਕ ਹੁੰਦਾ ਹੈ ਕਿ ਰਾਜੇ ਦਾ ਉਹ ਜਿਹੜਾ ਡਿਵਾਈਨ ਥਿਊਰੀ ਵੀ ਰਾਜੇ ਦਾ ਬੱਚਾ ਹੀ ਰਾਜਾ ਬਣੂਗਾ, ਉਸ ਚੀਜ਼ ਨੂੰ ਉਹ ਬਿਲਕੁਲ ਨਗਲੈਕਟ ਕਰ ਦਿੰਦਾ, ਕਹਿੰਦਾ ਨਹੀਂ ਇੱਦਾਂ ਨਹੀਂ ਹੋ ਸਕਦਾ ਗਾ, ਇਹ ਨਹੀਂ ਵੀ ਰਾਜਾ ਤਾਂ ਉਹਦਾ ਬੱਚਾ ਵੀ ਰਾਜਾ ਹੀ ਬਣੂਗਾ, ਉਹ ਕਹਿੰਦੇ ਇਹ ਯੋਗਤਾ ਦੇ ਆਧਾਰ 'ਤੇ ਹੋਣਾ ਚਾਹੀਦਾ। ਰੂਸੋ ਕੈਰੀਡ ਦਾ ਆਈਡੀਆ ਫਾਰਵਰਡ, ਅਤੇ ਰੂਸੋ ਜਿਹੜਾ ਹੈਗਾ ਇਸ ਆਈਡੀਆ ਨੂੰ ਕੈਰੀ ਕਰਦਾ, ਰੂਸੋ ਕੈਰੀਡ ਦਾ ਆਈਡੀਆ ਫਾਰਵਰਡ, ਅੱਗੇ ਇਹਨੂੰ ਹੋਰ ਐਲੈਬੋਰੇਟ ਕਰਦਾ। ਪ੍ਰਪੋਜ਼ਿੰਗ ਏ ਫਾਰਮ ਆਫ ਗਵਰਨਮੈਂਟ, ਉਹ ਕਹਿੰਦਾ ਸਰਕਾਰ ਹੋਣੀ ਚਾਹੀਦੀ ਹੈ ਇੱਦਾਂ ਦੀ, ਬੇਸਡ ਔਨ ਏ ਸੋਸ਼ਲ ਕੰਟਰੈਕਟ, ਉਹ ਕਹਿੰਦਾ ਇੱਕ ਸਮਾਜਿਕ ਸਮਝੌਤਾ ਹੋਣਾ ਚਾਹੀਦਾ, ਸਰਕਾਰ ਇੱਦਾਂ ਦੀ ਹੋਣੀ ਚਾਹੀਦੀ ਬਿਟਵੀਨ ਪੀਪਲ ਐਂਡ ਦੀਅਰ ਰੀਪ੍ਰਜੈਂਟੇਟਿਵ, ਅਤੇ ਲੋਕਾਂ ਨੂੰ ਜਿਹੜੇ ਰੀਪ੍ਰਜੈਂਟ ਕਰਦੇ ਆ, ਜਿਵੇਂ ਆਪਣੇ MLA MP ਹੁੰਦੇ ਆ, ਉਹਨਾਂ ਵਿਚਕਾਰ ਇੱਕ ਸਮਝੌਤਾ ਹੋਣਾ ਚਾਹੀਦਾ, ਜਿਹੜੇ ਲੋਕਾਂ ਦੇ ਲੀਡਰ ਆ ਅਤੇ ਜਿਹੜਾ ਸਾਡੇ ਉੱਪਰ ਰਾਜ ਕਰ ਰਿਹਾ ਉਹਨਾਂ ਵਿਚਕਾਰ ਇੱਕ ਸਮਝੌਤਾ ਹੋਣਾ ਚਾਹੀਦਾ, ਰੂਸੋ ਇਹ ਕਹਿੰਦਾ। ਇਨ ਦਾ ਸਪਿਰਿਟ ਆਫ ਲਾਜ਼, ਇੱਕ ਬੁੱਕ ਹੈ ਇਨ ਦਾ ਸਪਿਰਿਟ ਆਫ ਲਾਜ਼ ਜਿਹੜੀ ਲਿਖੀ ਹੈ ਮੌਂਟੇਸਕਿਊ ਨੇ, ਨਾਲ ਹੀ ਉਹਦਾ ਨਾਮ ਦਿੱਤਾ ਹੋਇਆ ਮੌਂਟੇਸਕਿਊ ਪ੍ਰਪੋਜ਼ ਦੇ ਡਿਵੀਜ਼ਨ ਆਫ ਪਾਵਰ। ਮੌਂਟੇਸਕਿਊ ਕੀ ਕਹਿੰਦਾ ਹੈਗਾ ਕਿ ਪਾਵਰ ਨੂੰ ਡਿਵੀਜ਼ਨ ਕਰ ਦਿਓ, ਪਾਵਰ ਨੂੰ ਵੰਡ ਦਿਓ ਵਿਦਨ ਦਾ ਗਵਰਨਮੈਂਟ, ਬਿਟਵੀਨ ਦਾ ਲੈਜਿਸਲੇਟਿਵ, ਐਗਜ਼ੀਕਿਊਟਿਵ ਐਂਡ ਜੁਡੀਸ਼ਰੀ, ਜਿੱਦਾਂ ਅੱਜ ਸਾਡੇ ਸਮਾਜ ਦੇ ਵਿੱਚ ਹੈਗਾ ਕਿ ਸਾਡੇ ਕੋਲ ਇੱਕ ਲੈਜਿਸਲੇਟਿਵ ਹੁੰਦੀ ਹੈ, ਐਗਜ਼ੀਕਿਊਟਿਵ ਹੁੰਦੀ ਹੈ ਐਂਡ ਜੁਡੀਸ਼ਰੀ ਹੁੰਦੀ ਆ, ਅਤੇ ਉਸ ਟਾਈਮ 'ਤੇ ਇਹ ਗੱਲ ਕੌਣ ਕਹਿ ਰਿਹਾ ਸੀਗਾ, ਮੌਂਟੇਸਕਿਊ ਕਹਿ ਰਿਹਾ ਸੀਗਾ ਕਿ ਗਵਰਨਮੈਂਟ ਦੀਆਂ ਜਿਹੜੀਆਂ ਪਾਵਰਸ ਆ ਉਹਨੂੰ ਵੰਡ ਦਿਓ। ਦ ਮਾਡਲ ਆਫ ਗਵਰਨਮੈਂਟ ਵਾਜ਼ ਪੁੱਟ ਇਨਟੂ ਫੋਰਸ, ਅਤੇ ਜਿਹੜਾ ਮਾਡਲ ਆ ਗਵਰਨਮੈਂਟ ਦਾ ਉਹ ਇਨ ਦਾ USA, ਇਹ ਮਾਡਲ USA ਵਿੱਚ ਲਾਗੂ ਕੀਤਾ ਗਿਆ। ਉਹਨਾਂ ਨੇ ਆਪਣੀ ਇੱਕ ਲੈਜਿਸਲੇਟਿਵ ਬਣਾਈ ਜਿਹੜੀ ਕਾਨੂੰਨ ਬਣਾਊਗੀ, ਐਗਜ਼ੀਕਿਊਟਿਵ ਜਿਹੜੀ ਉਹਨਾਂ ਕਾਨੂੰਨਾਂ ਨੂੰ ਲਾਗੂ ਕਰੂਗੀ, ਐਂਡ ਜੇ ਕਾਨੂੰਨ ਉਹ ਕੋਈ ਭੰਗ ਕਰਦਾ ਹੈਗਾ ਤਾਂ ਉਹਦੀ ਸੁਣਵਾਈ ਕੌਣ ਕਰੂਗਾ, ਜੁਡੀਸ਼ਰੀ ਅਲੱਗ ਹੋਊਗੀ। ਇਹ ਨਹੀਂ ਹੋਊਗਾ ਕਿ ਮਨਾਰਕ ਹੋਊਗਾ, ਇੱਕ ਹੀ ਰਾਜਾ ਹੋਊਗਾ ਔਰ ਰਾਜਾ ਹੀ ਜਿਹੜਾ ਹੈਗਾ ਸਾਰੇ ਕੰਮ ਕਰੂਗਾ, ਰਾਜਾ ਹੀ ਕਾਨੂੰਨ ਬਣਾਊਗਾ, ਰਾਜਾ ਹੀ ਕਾਨੂੰਨਾਂ ਨੂੰ ਲਾਗੂ ਕਰੂਗਾ, ਫਿਰ ਜੇ ਉਹ ਕਾਨੂੰਨ ਲਾਗੂ ਨਹੀਂ ਹੁੰਦੇ ਫਿਰ ਸੁਣਵਾਈ ਵੀ ਰਾਜਾ ਕਰੂਗਾ, ਇਹ ਐਂ ਨਹੀਂ ਹੋਊਗਾ। ਉਹ ਕਹਿੰਦੇ ਤਿੰਨਾਂ ਹਿੱਸਿਆਂ 'ਚ ਵੰਡ ਦਿਓ ਪਾਵਰ ਨੂੰ।
दिस मॉडल ऑफ गवर्नमेंट वाज पुट इन टू फोर्स इन द USA च ये फोर्स करके लागू की ये चीज़ आफ्टर द 13 कलोनी डिकलेयर देयर इंडिपेंडेंस फ्रॉम ब्रिटेन। तो जो ये आइडिया आया ना, ये ਮੌਂਟੈਸਕਿਊ ने अपना आइडिया दिता, ये लागू होया USA ਦੇ ਵਿੱਚ ਤੇ USA ਜਿਹੜੀ ਕਲੋਨੀਆਂ ਸੀਗੀਆਂ 13 ਸਟੇਟ ਸੀਗੀਆਂ USA ਦੀਆਂ, ਉਹਨਾਂ ਨੇ ਇੰਡੀਪੈਂਡੈਂਸ ਡਿਕਲੇਅਰ ਕਰਤੀ ਵੀ ਅਸੀਂ ਆਜ਼ਾਦ ਹਾਂ ਕਿਹਦੇ ਤੋਂ, ਇੰਗਲੈਂਡ ਤੋਂ, ਫਰੋਮ ਬ੍ਰਿਟੇਨ। The American Constitution and its guarantee for individual right was an important example of political thinkers in France। ਤਾਂ ਅਮਰੀਕਨ ਜਿਹੜਾ ਕਨਸਟੀਟਿਊਸ਼ਨ ਸੰਵਿਧਾਨ ਬਣਿਆ ਸੀਗਾ ਐਂਡ ਉਹਨੇ ਗਰੰਟੀ ਦਿੱਤੀ ਕਿ ਸਾਰਿਆਂ ਲਈ ਬਰਾਬਰ ਅਧਿਕਾਰ ਹੋਣਗੇ। ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਸੀਗੀ ਕਿ ਫਰਾਂਸ ਦੇ ਵਿੱਚ ਪੋਲੀਟੀਕਲ ਥਿੰਕਰ ਰਹਿੰਦੇ ਆ। ਪੋਲੀਟੀਕਲ ਥਿੰਕਰ ਜਿਹੜਾ ਹੈਗਾ ਮੌਂਟੈਸਕਿਊ ਨੇ ਹੀ ਇਹ ਆਈਡੀਆ ਦਿੱਤਾ ਸੀਗਾ, ਪਰ ਇਹ ਫਰਾਂਸ 'ਚ ਲਾਗੂ ਹੋਣ ਤੋਂ ਪਹਿਲਾਂ ਕਿੱਥੇ ਲਾਗੂ ਹੋ ਗਿਆ ਸੀ, ਅਮਰੀਕਾ ਦੇ ਵਿੱਚ। The idea of these philosophers were discussed intensively in saloons and coffee houses and spread among people through the books and newspaper। ਤੇ ਜਿਹੜੇ ਇਹ ਆਈਡੀਆ ਸੀਗੇ ਫਿਲੋਸਫਰ ਦੇ, ਇਹ ਡਿਸਕਸ ਕੀਤੇ ਗਏ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ। ਕਿੱਥੇ, ਸਲੂਨਸ ਦੇ ਵਿੱਚ ਜਿੱਥੇ ਆਮ ਲੋਕ ਜਾਂਦੇ ਆ, ਕਾਫੀ ਹਾਊਸਿਸ ਜਿੱਥੇ ਲੋਕ ਬਹਿ ਕੇ ਕਾਫੀ ਪੀਂਦੇ ਆ, ਐਂਡ ਸਪਰੈਡ ਅਮੰਗ ਪੀਪਲ, ਤੇ ਲੋਕਾਂ ਵਿੱਚ ਫੈਲ ਗਏ ਕਾਹਦੇ ਜ਼ਰੀਏ, ਬੁੱਕ ਅਤੇ ਨਿਊਜ਼ਪੇਪਰ ਜ਼ਰੀਏ। These were frequently read aloud in groups for the benefit of those who could not read and write। ਹੁਣ ਜਿਹੜੇ ਪੜ੍ਹ ਨਹੀਂ ਸਕਦੇ ਸੀਗੇ ਉਹਨਾਂ ਨੂੰ ਉੱਚੀ ਉੱਚੀ ਬੋਲ ਕੇ ਸੁਣਾਇਆ ਗਿਆ ਕਿ ਸਾਡੇ ਲਈ ਬੈਨੀਫਿਟ ਹੈ, ਇਹਦਾ ਕੀ ਕੀ ਫਾਇਦਾ ਹੋ ਸਕਦਾ। ਹੁਣ ਫਰਾਂਸ ਦੇ ਵਿੱਚ ਵੀ ਕਈ ਲੋਕ ਅਨਪੜ੍ਹ ਸੀਗੇ ਅਤੇ ਉਹਨਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਵੀ ਕੀ ਕਹਿੰਦੇ ਆ ਇਹ ਆਈਡੀਆ ਜਿਹੜੇ ਫਿਲੋਸਫਰ ਦੇ, ਅਤੇ ਲੋਕ ਇਹਨਾਂ ਗੱਲਾਂ ਨਾਲ ਸਹਿਮਤ ਹੋਣ ਲੱਗੇ। The news that Louis XVI planned to impose further taxes to be able to meet the expense of state generated anger and protest against the system of privileges। ਹੁਣ ਕੀ ਇੱਕ ਨਿਊਜ਼ ਆਈ ਕਿ ਜਿਹੜਾ ਲੂਈ 16 ਆ ਇੱਕ ਨਵਾਂ ਟੈਕਸ ਇੰਪੋਜ਼ ਕਰਨ ਲੱਗਿਆ ਆਪਣੇ ਖਰਚੇ ਪੂਰੇ ਕਰਨ ਲਈ, ਟੂ ਮੀਟ ਦੀਅਰ ਐਕਸਪੈਂਸ, ਜਿਹੜੇ ਹੈਗੇ ਆ ਖਰਚੇ ਆ, ਆਫ ਦਾ ਸਟੇਟ, ਜਿਹੜੇ ਸਟੇਟ ਦੇ ਖਰਚੇ ਆ, ਜਨਰੇਟਡ ਐਂਗਰ, ਇਸ ਚੀਜ਼ ਨੇ ਨਾ ਲੋਕਾਂ ਦੇ ਵਿੱਚ ਗੁੱਸਾ ਭਰਤਾ, ਐਂਡ ਪ੍ਰੋਟੈਸਟ ਅਗੇਂਸਟ ਦਾ ਸਿਸਟਮ ਆਫ ਪ੍ਰਿਵਿਲੇਜਸ, ਅਤੇ ਉਹਨਾਂ ਨੇ ਕੀ ਕੀਤਾ, ਪ੍ਰੋਟੈਸਟ ਕੀਤਾ ਸਿਸਟਮ ਦੇ ਖਿਲਾਫ, ਜਿਹੜੇ ਉਹਨਾਂ ਦੇ ਖਾਸ ਕਾਨੂੰਨ ਸੀ। ਵੀ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਵੀ ਹੁਣ ਅਸੀਂ ਕੋਈ ਨਵਾਂ ਟੈਕਸ ਦੇਈਏ। ਜੇ ਕਿਸੇ ਬੱਚੇ ਨੂੰ ਇੰਨੀ ਜਿੰਨਾ ਕੁ ਆਪਾਂ ਪੜ੍ਹਿਆ ਹੈਗਾ ਇਹਦੇ ਵਿੱਚ ਕੋਈ ਕਨਫਿਊਜ਼ਨ ਆ ਤਾਂ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ, ਮੈਂ ਤੁਹਾਡਾ ਆਨਸਰ ਦਊਂਗਾ। ਤੁਸੀਂ ਆਪਣੇ ਮੈਸੇਜ ਕਿਸੇ ਵੀ ਸਟੂਡੈਂਟ ਨੂੰ ਕੋਈ ਡਾਊਟ ਹੈ, ਗੁੱਡ ਆਫਟਰਨੂਨ ਆਲ ਸਟੂਡੈਂਟ, ਜੇ ਕਿਸੇ ਸਟੂਡੈਂਟ ਨੂੰ ਕੋਈ ਡਾਊਟ ਹੈਗਾ ਤਾਂ ਉਹ ਹੁਣੇ ਕਮੈਂਟ ਕਰਕੇ ਮੇਰੇ ਤੋਂ ਪੁੱਛ ਸਕਦਾ। ਇਸ ਤੋਂ ਬਾਅਦ ਜਿਹੜਾ ਹੈਗਾ ਲਾਈਵ ਸੈਸ਼ਨ ਐਂਡ ਹੋ ਜਾਊਗਾ ਵਿਦਿਨ 60 ਮਿੰਟਸ, ਕਿਉਂਕਿ ਇਹ ਹਾਫ ਐਨ ਆਵਰ ਦੀ ਕਲਾਸ ਆ, ਅਤੇ ਇਹ ਸਾਡਾ ਫਸਟ ਸੈਸ਼ਨ ਸੀਗਾ ਔਨਲਾਈਨ ਇਸ ਸੈਸ਼ਨ ਦਾ 2021 ਦਾ। ਅਤੇ ਫਰਦਰ ਜੇ ਸਕੂਲ ਨਹੀਂ ਖੁੱਲ੍ਹਦੇ ਤਾਂ ਤੁਹਾਨੂੰ ਇਸ ਤਰ੍ਹਾਂ ਹੀ ਔਨਲਾਈਨ ਪੜ੍ਹਾਇਆ ਜਾਊਗਾ। ਅਤੇ ਜੇ ਤੁਹਾਡੀ ਕੋਈ ਵੀ ਕੁਇਰੀ ਹੈ ਤੁਸੀਂ ਟੈਕਸਟ ਮੈਸੇਜ ਰਾਹੀਂ ਟਾਈਪ ਕਰਕੇ ਦੱਸ ਸਕਦੇ ਹੋ। ਕਲਾਸ 9th ਹਿਸਟਰੀ ਚੈਪਟਰ 1 ਵੀਡੀਓ ਨੰਬਰ 3। Any doubt of any student? Hello sir, can you please post video on class 9th board his history and civics? ਸਮਝਿਆ ਨਹੀਂ ਪੁੱਤ ਤੁਸੀਂ ਕੀ ਕਹਿ ਰਹੇ ਹੋ। ਹੁਣ ਤੁਸੀਂ ਵਰਡ ਦੇਖੋ ਵੀ ਕਿਹੜੇ ਕਿਹੜੇ ਫਾਈਂਡ ਕਰਕੇ ਲੈ ਕੇ ਆਉਣੇ ਸਟੂਡੈਂਟਸ ਨੇ। ਮੈਂ ਜਿਹੜੇ ਇੱਕ ਵਾਰੀ ਵਰਡ ਜਿਹੜੇ ਤੁਹਾਨੂੰ ਮੈਂ ਕਰਵਾ ਰਿਹਾ ਹੈਗਾ ਕਿ ਜਿਹੜੇ ਤੁਸੀਂ ਫਾਈਂਡ ਕਰਕੇ ਲੈ ਕੇ ਆਉਣੇ ਆ। ਫੂਡ ਗ੍ਰੇਨ ਤੁਸੀਂ ਵਰਡ ਫਾਈਂਡ ਕਰਨਾ, ਇੱਥੇ ਰਿਹਾ ਫੂਡ ਗ੍ਰੇਨ। ਰੈਪਿਡਲੀ ਜਿਸ 'ਤੇ ਮੈਂ ਲਗਾਊਂਗਾ ਉਹ ਤੁਸੀਂ ਫਾਈਂਡ ਕਰਕੇ ਲੈ ਕੇ ਆਉਣਾ ਰੈਪਿਡਲੀ। ਆ ਤੁਹਾਡਾ ਪਹਿਲਾਂ ਹੀ ਦਿੱਤਾ ਹੋਇਆ ਹੈਗਾ ਇੱਕ ਵਰਸ ਵਰਡ ਆ ਵਰਸ, ਇਹਦੇ ਵਿੱਚੋਂ ਇੰਨੇ ਕੀ ਵਰਡ ਹੈ। ਆ ਬਾਕਸ ਤੁਸੀਂ ਖੁਦ ਕਰਨਾ ਹੈਗਾ ਸਟੂਡੈਂਟਸ ਨੇ।
पहला वर्ड है envisages, ਪ੍ਰੋਸਪਰਸ वर्ड ਤੁਸੀਂ फाइंड करके लेके आना। मैं पहला भी लगवाता सी ये। एडमिनिस्ट्रेटिव ऑफिशियल, मैरिट, मैरिट वर्ड तुसी फाइंड करना। मैरिट वर्ड इनविसेज, इनविसेज वर्ड स्टूडेंट फाइंड करनगे। डॉक्ट्राइन वर्ड, डॉक्ट्राइन वर्ड डिवाइन, एब्सोल्यूट, मोनार्क, रिप्रेजेंटेटिव, लेजिस्लेटिव, एग्जीक्यूटिव, जुडिशरी। इंटेंसिवली, फ्रीक्वेंटली, ਇਹਦੇ ਨਾਲ ਹੀ ਆਪਣਾ ਅੱਜ ਦਾ ਲਾਈਵ ਸੈਸ਼ਨ ਖਤਮ ਹੁੰਦਾ ਹੈ। ਥੈਂਕ ਯੂ, ਕੀਪ ਵਾਚਿੰਗ EH ਮੋਗਾ।